हे गाइस, यू आर स्टडीइंग ऑन PSCB इंग्लिश। ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਲੈ ਕੇ ਆਏ ਹਾਂ +1 ਵਾਲਿਆਂ ਲਈ ਚੈਪਟਰ ਨੰਬਰ 3 ਜਿਸ ਦਾ ਨਾਮ ਹੈ ਲਿਬਰਟੀ ਐਂਡ ਡਿਸਪਲਿਨ। ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਕੋ ਪੁਰਾਣੀਆਂ ਬੁੱਕਸ ਨੇ ਉਸ ਦੇ ਵਿੱਚ ਜਿਹੜੇ ਚੈਪਟਰ ਨੰਬਰ 3 ਔਰ ਸਟੱਡੀਜ਼ ਉਹ ਤੁਹਾਡੇ ਸਿਲੇਬਸ ਵਿੱਚੋਂ ਕੱਟ ਕਰ ਦਿੱਤਾ ਗਿਆ। ਅਸੀਂ ਹੁਣ ਕਰਨ ਜਾ ਰਹੇ ਹਾਂ ਚੈਪਟਰ ਨੰਬਰ 4 ਪੁਰਾਣੀ ਬੁੱਕ ਵਿੱਚੋਂ ਤੇ ਨਵੀਂ ਬੁੱਕ ਵਿੱਚੋਂ ਚੈਪਟਰ ਨੰਬਰ 3 ਲਿਬਰਟੀ ਐਂਡ ਡਿਸਪਲਿਨ, ਜੋ ਕਿ ਸਰ ਵਿਲੀਅਮ ਸਲਿਮ ਦੁਆਰਾ ਲਿਖਿਆ ਗਿਆ। ਸਰ ਵਿਲੀਅਮ ਸਲਿਮ ਬ੍ਰਿਟਿਸ਼ ਆਰਮੀ ਦੇ ਵਿੱਚ ਫੀਲਡ ਮਾਰਸ਼ਲ ਸੀ। ਉਹਨਾਂ ਦੁਆਰਾ ਇਹ ਚੈਪਟਰ ਜਿਹੜਾ ਲਿਖਿਆ ਗਿਆ। ਲਿਬਰਟੀ ਐਂਡ ਡਿਸਪਲਿਨ ਹੀ ਨਾਮ ਕਿਉਂ ਹੈ ਇਸ ਚੈਪਟਰ ਦਾ? ਲਿਬਰਟੀ ਐਂਡ ਡਿਸਪਲਿਨ, ਲਿਬਰਟੀ ਦਾ ਮਤਲਬ ਆਜ਼ਾਦੀ ਐਂਡ ਡਿਸਪਲਿਨ ਦਾ ਮੀਨਿੰਗ ਅਨੁਸ਼ਾਸਨ। ਅਨੁਸ਼ਾਸਨ ਤੇ ਆਜ਼ਾਦੀ ਦੇ ਵਿੱਚ ਕੀ ਰਿਲੇਸ਼ਨ ਹੈ, ਆਓ ਫਿਰ ਇਸ ਚੈਪਟਰ ਦੇ ਰਾਹੀਂ ਸਮਝੀਏ। ਰਾਈਟਰ ਇਸ ਚੈਪਟਰ ਦੀ ਸਟਾਰਟਿੰਗ ਕਿੱਥੋਂ ਕਰਦੇ ਨੇ? ਉਹ ਕਹਿੰਦੇ ਨੇ ਕਿ ਜਦੋਂ ਤੁਸੀਂ ਕਿਤੇ ਜਾਣਾ ਹੁੰਦਾ ਹੈ, ਤੁਸੀਂ ਆਪਣੀ ਸਾਈਕਲ ਜਾਂ ਕਾਰ ਦੇ ਉੱਪਰ ਸਵਾਰ ਹੁੰਦੇ, ਉਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਕਿੱਥੇ ਜਾਣਾ ਹੈ। ਇਸ ਲਈ ਤੁਹਾਨੂੰ ਆਜ਼ਾਦੀ ਹੈ, ਇਸ ਲਈ ਤੁਹਾਨੂੰ ਲਿਬਰਟੀ ਹੈ। ਪਰ ਜਦੋਂ ਤੁਸੀਂ ਕਾਰ ਜਾਂ ਸਾਈਕਲ ਦੇ ਉੱਪਰ ਰੋਡ ਦੇ ਉੱਪਰ ਜਾਂਦੇ ਹੋ ਤੇ ਉਹ ਰੋਡ ਦੇ ਉੱਪਰ ਤੁਸੀਂ ਲੈਫਟ ਸਾਈਡ ਤੇ ਹੀ ਕਿਉਂ ਚੱਲਦੇ ਹੋ? ਉਹ ਡਿਸਪਲਿਨ। ਫਿਰ ਉਹ ਰੋਡ ਦੇ ਉੱਪਰ ਲੈਫਟ ਸਾਈਡ ਤੇ ਚੱਲਣ ਦੇ 4 ਕਾਰਨ ਦੱਸਦੇ ਨੇ। ਉਹਦੇ ਵਿੱਚ ਪਹਿਲਾ ਕਿ ਇਸ ਵਿੱਚ ਤੁਹਾਡਾ ਆਪਣਾ ਹੀ ਫਾਇਦਾ ਹੋਏਗਾ। ਦੂਸਰਾ, ਤੁਸੀਂ ਦੂਸਰਿਆਂ ਦੀ ਕੇਅਰ ਕਰੋਗੇ, ਦੂਸਰਿਆਂ ਦੇ ਐਕਸੀਡੈਂਟਲ ਪ੍ਰੀਵੈਂਸ਼ਨ ਹੋਏਗੀ। ਤੀਸਰਾ, ਤੁਹਾਡੇ ਨਾਲ ਅਗਰ ਕੋਈ ਹੋਏਗਾ ਤਾਂ ਉਸ ਦੇ ਮਨ ਅਤੇ ਦਿਮਾਗ ਵਿੱਚ ਇੱਕ ਕੌਨਫੀਡੈਂਸ ਹੋਏਗਾ, ਉਹ ਬੰਦਾ ਤੁਹਾਡੇ ਨਾਲ ਸੇਫ ਹੈ। ਚੌਥਾ, ਤੁਹਾਨੂੰ ਸਜ਼ਾ ਦਾ ਡਰ ਹੋਏਗਾ। ਫਿਰ ਉਹ ਦੱਸਦੇ ਨੇ ਕਿ ਲਿਬਰਟੀ ਕੀ ਹੈ। ਲਿਬਰਟੀ ਆਜ਼ਾਦੀ ਨੂੰ ਕਿਹਾ ਜਾਂਦਾ ਹੈ। ਤੇ ਆਜ਼ਾਦੀ ਕੀ ਹੈ? ਆਪਾਂ ਜੋ ਸੋਚਦੇ ਹਾਂ ਉਹਨੂੰ ਆਪਾਂ ਸੋਚ ਸਕਦੇ ਹਾਂ, ਜੋ ਆਪਾਂ ਕਹਿਣਾ ਚਾਹੁੰਦੇ ਹਾਂ ਆਪਾਂ ਉਹਨੂੰ ਕਹਿ ਸਕਦੇ ਹਾਂ, ਜੋ ਅਸੀਂ ਕਰਨਾ ਚਾਹੁੰਦੇ ਹਾਂ ਆਪਾਂ ਉਹ ਕਰ ਸਕਦੇ ਹਾਂ, ਅਸੀਂ ਜਿੱਥੇ ਜਾਣਾ ਚਾਹੁੰਦੇ ਹਾਂ ਆਪਾਂ ਉੱਥੇ ਵੀ ਜਾ ਸਕਦੇ ਹਾਂ। ਇਸ ਨੂੰ ਆਜ਼ਾਦੀ ਕਿਹਾ ਜਾਂਦਾ। ਇਹ ਸਾਨੂੰ ਕਿਤੇ ਕੋਈ ਰੋਕ ਟੋਕ ਨਹੀਂ ਹੈ। ਤੇ ਡਿਸਪਲਿਨ ਕੀ ਹੈ? ਇਸ ਵਿੱਚ ਲੋਕਾਂ ਨੂੰ ਨਿਯਮਾਂ ਅਤੇ ਹੁਕਮਾਂ ਦੀ ਪਾਲਣਾ ਕਰਨਾ ਸਿਖਾਇਆ ਜਾਂਦਾ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਇਸ ਲਈ ਉਹਨਾਂ ਨੂੰ ਸਜ਼ਾ ਵੀ ਦਿੱਤੀ ਜਾਂਦੀ ਹੈ। ਫਿਰ ਇੱਕ ਤਰ੍ਹਾਂ ਕਿਹਾ ਜਾਵੇ ਤੇ ਲਿਬਰਟੀ ਦੇ ਉੱਪਰ ਜਿਹੜੀ ਰੋਕ ਲਗਾਈ ਜਾਂਦੀ ਹੈ ਉਸ ਨੂੰ ਹੀ ਡਿਸਪਲਿਨ ਕਹਿ ਸਕਦੇ ਹਾਂ। ਪਰ ਸ਼ੁਰੂ ਤੋਂ ਹੀ ਮਨੁੱਖ ਦੇ ਅੰਦਰ ਡਿਸਪਲਿਨ ਨੂੰ ਭੰਗ ਕਰਨ ਦੀ ਆਦਤ ਰਹੀ। ਆਪਣੇ ਉੱਪਰ ਇੱਕ ਬੰਦਿਸ਼ ਦੀ ਤਰ੍ਹਾਂ ਉਹ ਇਸ ਨੂੰ ਮਹਿਸੂਸ ਕਰਦਾ, ਪਰ ਉਸ ਨੂੰ ਫਿਰ ਵੀ ਡਿਸਪਲਿਨ ਦੀ ਪਾਲਣਾ ਕਰਨੀ ਪੈਂਦੀ। ਉਹ ਸਜ਼ਾ ਦੇ ਡਰ ਦੇ ਕਾਰਨ, ਪਨਿਸ਼ਮੈਂਟ ਦੇ ਡਰ ਦੇ ਕਾਰਨ। ਪਰ ਜਿਸ ਕੰਟਰੀ ਦੇ ਵਿੱਚ ਡਿਸਪਲਿਨ ਨਾ ਹੋਵੇ ਉੱਥੇ ਜੰਗਲ ਰਾਜ ਹੋ ਜਾਂਦਾ, ਉੱਥੇ ਕ੍ਰਾਈਮ ਵੱਧ ਜਾਂਦਾ, ਉੱਥੇ ਕੋਈ ਕਿਸੇ ਨੂੰ ਵੀ ਕਿਸੇ ਦਾ ਡਰ ਨਹੀਂ ਹੁੰਦਾ, ਕਿਸੇ ਦਾ ਭੈ ਨਹੀਂ ਹੁੰਦਾ। ਲੋਕ ਖੁੱਲ੍ਹੇਆਮ ਕ੍ਰਾਈਮ ਕਰ ਸਕਦੇ ਨੇ, ਲੋਕ ਖੁੱਲ੍ਹੇਆਮ ਕਿਸੇ ਦਾ ਵੀ ਕਤਲ ਕਰ ਸਕਦੇ ਨੇ, ਕਿਸੇ ਨੂੰ ਕਿਸੇ ਦਾ ਵੀ ਡਰ ਹੀ ਨਹੀਂ ਹੋਵੇਗਾ। ਪੂਰੀ ਤਰ੍ਹਾਂ ਜੰਗਲ ਰਾਜ ਫੈਲ ਜਾਵੇਗਾ। ਪਰ ਜਿਸ ਕੰਟਰੀ ਵਿੱਚ ਡਿਸਪਲਿਨ ਨਹੀਂ ਹੁੰਦਾ ਉਸ ਕੰਟਰੀ ਵਿੱਚ ਇਕਨੋਮਿਕ ਡਿਕਲਾਈਨ ਹੋ ਜਾਂਦੀ ਹੈ, ਆਰਥਿਕ ਪਤਨ ਹੋ ਜਾਂਦਾ ਹੈ। ਉਸ ਕੰਟਰੀ ਦੇ ਵਿੱਚ ਸਟੈਂਡਰਡ ਆਫ ਲਿਵਿੰਗ ਡਿੱਗ ਪੈਂਦਾ ਹੈ। ਉਸ ਦੀ ਜਿਹੜੀ ਸੁਰੱਖਿਆ ਹੈ ਉਹ ਖਤਮ ਹੋ ਜਾਂਦੀ ਹੈ। ਜਿਹੜੀ ਉਹ ਨੇਸ਼ਨ ਹੈ, ਜਿਹੜੀ ਉਹ ਕੰਟਰੀ ਹੈ, ਉਹ ਕਿਸੇ ਹੋਰ ਹੱਥਾਂ ਵਿੱਚ ਜਾ ਸਕਦੀ ਹੈ। ਕੋਈ ਵੀ ਤਾਕਤਵਰ ਮਿਲੀਟੈਂਟ ਪਾਵਰ ਜਾਂ ਕੋਈ ਵੀ ਤਾਕਤਵਰ ਕੰਟਰੀ ਉਸ ਤੇ ਆਪਣਾ ਕਬਜ਼ਾ ਕਰ ਸਕਦੀ ਹੈ, ਉਹਦੇ ਉੱਪਰ ਹਮਲਾ ਕਰਕੇ ਆਪਾਂ ਕਬਜ਼ਾ ਕਰ ਸਕਦੇ ਹਾਂ। ਕੋਈ ਵੀ ਡਿਕਟੇਟਰ ਆ ਸਕਦਾ ਉਹਦੇ ਉੱਪਰ, ਕੋਈ ਵੀ ਤਾਨਾਸ਼ਾਹ ਆ ਸਕਦਾ ਉਸਦੇ ਉੱਪਰ। ਫਿਰ ਉਹ ਜ਼ਬਰਦਸਤੀ ਆਪਣੇ ਕਾਨੂੰਨ, ਆਪਣੇ ਡਿਸਪਲਿਨ ਉੱਥੋਂ ਦੇ ਲੋਕਾਂ ਉੱਪਰ ਥੋਪ ਦਿੰਦੇ ਨੇ, ਨਾ ਚਾਹੁੰਦੇ ਹੋਏ ਵੀ। ਫਿਰ ਉਹਨਾਂ ਨੂੰ ਆ ਜਿਹੜੇ ਡਿਸਪਲਿਨ ਦੇ ਰੂਲਸ ਐਂਡ ਰੈਗੂਲੇਸ਼ਨਸ ਨੇ ਉਹ ਅਡਾਪਟ ਕਰਨੇ ਪੈਂਦੇ ਨੇ ਉੱਥੋਂ ਦੇ ਲੋਕਾਂ। ਅਗਰ ਉਹ ਨਾ ਚਾਹਣ ਤੇ ਡਿਸਪਲਿਨ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਨੇ ਤਾਨਾਸ਼ਾਹ ਜਾਂ ਮਿਲੀਟੈਂਟ ਪਾਵਰ ਵੱਲੋਂ ਜਿਹੜੇ ਦੂਸਰੀ ਕੰਟਰੀ ਉੱਪਰ ਲਾਏ ਗਏ, ਅਗਰ ਉਸ ਨੂੰ ਅਡਾਪਟ ਨਾ ਕਰਨ ਤਾਂ ਉਹਨਾਂ ਨੂੰ ਫਿਰ ਫਿਜ਼ੀਕਲੀ ਅਬਿਊਜ਼ ਕਰਕੇ, ਉਹਨਾਂ ਨੂੰ ਮਾਰ ਕੁੱਟ ਕੇ ਉੱਥੋਂ ਦੇ ਲੋਕਾਂ ਨੂੰ, ਤੇ ਉਹ ਫਿਰ ਆਪਣੇ ਤਰੀਕੇ ਨਾਲ ਹੀ ਉਹਨਾਂ ਦਾ ਸਮਾਧਾਨ ਕਰਦੇ ਨੇ। ਪਰ ਇੱਕ ਸਵਾਲ ਉੱਠਦਾ ਹੈ ਕਿ ਮਾਰ ਕੁੱਟ ਕੇ, ਫਿਜ਼ੀਕਲ ਅਬਿਊਜ਼ ਦੇ ਨਾਲ ਜਿਹੜਾ ਡਿਸਪਲਿਨ ਕਿਸੇ ਦੇ ਉੱਪਰ ਥੋਪਿਆ ਜਾਵੇ, ਕੀ ਉਹ ਇੱਕ ਅਸਲੀ ਡਿਸਪਲਿਨ ਹੈ? ਨਹੀਂ। ਅਸਲੀ ਡਿਸਪਲਿਨ ਉਹ ਹੈ ਜੋ ਸਾਡੇ ਅੰਦਰੋਂ ਆਉਂਦਾ, ਜੋ ਅਸੀਂ ਆਪਣੇ ਆਪ
ਅੰਦਰੋਂ ਆਪਣੇ ਰਿਅਲਾਈਜ਼ ਕਰਦੇ ਹਾਂ, ਜਿਹਨੂੰ ਆਪਾਂ ਸੈਲਫ ਡਿਸਿਪਲਿਨ ਕਹਿੰਦੇ ਹਾਂ। ਇਹਨੂੰ ਇੱਕ ਦੂਸਰੇ ਨੂੰ ਸਮਝਾ ਕੇ, ਇੱਕ ਦੂਸਰੇ ਨਾਲ ਗੱਲਬਾਤ ਕਰਕੇ ਉਸ ਨੂੰ ਡਿਸਿਪਲਿਨ ਬਾਰੇ ਸਿਖਾ ਕੇ ਤੇ ਉਸ ਨੂੰ ਡਿਸਿਪਲਿਨ ਦੀ ਰਾਹ ਦੇ ਉੱਪਰ ਚਲਾਉਣਾ ਪਵੇ। ਕਿਸੇ ਦੇ ਉੱਪਰ ਦਬਾਅ ਪਾ ਕੇ ਜਿਹੜਾ ਡਿਸਿਪਲਿਨ ਲਗਾਇਆ ਜਾਵੇ ਉਹ ਅਸਲੀ ਡਿਸਿਪਲਿਨ ਨਹੀਂ ਹੈ। ਹੁਣ ਇਸ ਤੋਂ ਅੱਗੇ ਰਾਈਟਰ ਆਪਣੀ ਹੀ ਲਾਈਫ ਦਾ ਇੱਕ ਇਵੈਂਟ ਸੁਣਾਉਂਦਾ, ਆਪਣੀ ਹੀ ਲਾਈਫ ਦਾ ਇੱਕ ਐਕਸਪੀਰੀਅੰਸ ਸੁਣਾਉਂਦਾ, ਜਿਸ ਟਾਈਮ ਉਹ ਨਵਾਂ ਹਜੇ ਸੈਕੰਡ ਲੈਫਟੀਨੈਂਟ ਦੀ ਪੋਸਟ ਦੇ ਉੱਪਰ ਆਇਆ ਸੀ। ਉਹ ਦੱਸਦਾ ਕਿ ਉਸ ਤੋਂ ਜਿਹੜਾ ਹੇਠਲੇ ਦਰਜੇ ਵਾਲਾ ਪ੍ਰਾਈਵੇਟ ਸੋਲਜਰ ਸੀ ਉਸ ਦੇ ਕੋਲੋਂ ਲੰਘਿਆ ਤੇ ਉਸ ਨੂੰ ਸੈਲੂਟ ਕਰਦਾ, ਤੇ ਰਾਈਟਰ ਨੇ ਕੀ ਕੀਤਾ, ਹਵਾ ਵਿੱਚ ਹੀ ਆਪਣਾ ਹੱਥ ਉਛਾਲ ਕੇ ਉਸ ਨੂੰ ਸੈਲੂਟ ਦਾ ਜਵਾਬ ਦਿੱਤਾ ਤੇ ਅੱਛੀ ਤਰ੍ਹਾਂ ਉਸ ਨੂੰ ਸੈਲੂਟ ਦਾ ਜਵਾਬ ਨਹੀਂ ਦਿੱਤਾ। ਪਿੱਛੇ ਰਾਈਟਰ ਦਾ ਸੀਨੀਅਰ ਦੇਖ ਰਿਹਾ ਸੀ। ਰਾਈਟਰ ਦੇ ਸੀਨੀਅਰ ਨੇ ਉਸ ਨੂੰ ਡਾਂਟਿਆ ਕਿ ਤੁਸੀਂ ਅਗਰ ਡਿਸਿਪਲਿਨ ਨੂੰ ਅਡਾਪਟ ਨਹੀਂ ਕਰੋਗੇ ਆਪਣੀ ਲਾਈਫ ਵਿੱਚ, then how you can teach others to adopt discipline? ਤੁਸੀਂ ਦੂਸਰਿਆਂ ਨੂੰ ਕਿੱਦਾਂ ਸਿਖਾਓਗੇ ਕਿ ਡਿਸਿਪਲਿਨ ਨੂੰ ਅਡਾਪਟ ਕਰੋ? ਫਿਰ ਉਸ ਨੂੰ ਰਾਈਟਰ ਨੂੰ ਉਸ ਦਾ ਸੀਨੀਅਰ ਪਨਿਸ਼ ਕਰਦਾ ਹੈ, ਤੇ ਪਨਿਸ਼ਮੈਂਟ ਉਹ ਉਸ ਨੂੰ ਕੀ ਕਹਿੰਦਾ ਹੈ ਕਿ ਤੂੰ ਆਪਣਾ ਜਿਹੜਾ ਡੰਡਾ ਹੈ ਉਹ ਜ਼ਮੀਨ ਦੇ ਅੰਦਰ ਗਾੜ ਦੇ ਤੇ ਉਨੀ ਦੇਰ ਤੱਕ ਸੈਲੂਟ ਕਰ ਜਿੰਨੀ ਦੇਰ ਤੱਕ ਤੈਨੂੰ ਸੈਲੂਟ ਕਰਨਾ ਨਹੀਂ ਆਉਂਦਾ। ਰਾਈਟਰ ਕਾਫੀ ਦੇਰ ਤੱਕ ਸੈਲੂਟ ਕਰਦਾ ਰਹਿੰਦਾ ਹੈ। ਫਿਰ ਉਸ ਤੋਂ ਬਾਅਦ ਉਸ ਦਾ ਜਿਹੜਾ ਸੀਨੀਅਰ ਉਸ ਨੂੰ ਆਪਣੇ ਕੋਲ ਬੁਲਾਉਂਦਾ ਹੈ, ਉਸ ਨੂੰ ਕਹਿੰਦਾ ਹੈ ਕਿ ਅਨੁਸ਼ਾਸਨ ਦੀ ਜਿਹੜੀ ਸ਼ੁਰੂਆਤ ਹੈ ਉਹ ਅਫਸਰਾਂ ਤੋਂ ਹੀ ਹੁੰਦੀ। ਅਗਰ ਕਿਸੇ ਵਿਅਕਤੀ ਕੋ ਕੋਈ ਅਹੁਦਾ ਹੈ, ਉਸ ਦੀ ਕੋਈ ਪੋਸਟ ਉੱਚੀ ਪੋਸਟ ਹੈ, ਉਸ ਨੂੰ ਸਭ ਤੋਂ ਪਹਿਲੇ ਡਿਸਿਪਲਿਨ ਆਪਣੇ ਉੱਪਰ ਲਾਗੂ ਕਰਨਾ ਹੋਵੇਗਾ, ਤਾਂ ਹੀ ਉਹ ਕਿਸੇ ਨੂੰ ਸਿਖਾ ਪਾਏਗਾ ਕਿ ਤੂੰ ਡਿਸਿਪਲਿਨ ਕਿੱਦਾਂ ਆਪਣੀ ਲਾਈਫ ਵਿੱਚ ਅਡਾਪਟ ਕਰ। ਆਹ ਗੱਲ ਠੀਕ ਹੈ ਕਿ ਉਹ ਕਿਸੇ ਨੂੰ ਆਰਡਰ ਦੇਵੇਗਾ, ਉਸ ਦਾ ਆਰਡਰ ਮੰਨਿਆ ਜਾਵੇਗਾ, ਪਰ ਉਸ ਨੂੰ ਇਹ ਸਮਝ ਹੋਣੀ ਚਾਹੀਦੀ ਆਫਿਸਰ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਬਾਕੀਆਂ ਦਾ ਵੀ ਆਪਣੇ ਜਿਹੜੇ ਥੱਲੇ ਉਸਦੇ ਜਿਹੜੇ ਵਰਕਰਸ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਅਨੁਸ਼ਾਸਨ ਜਿਹੜਾ ਉਸ ਨੂੰ ਸਿਖਾਉਣਾ ਪਵੇਗਾ। ਇਸ ਲਈ ਪਹਿਲੇ ਉਸ ਨੂੰ ਆਪ ਅਨੁਸ਼ਾਸਨ ਨੂੰ ਗਿਰਾਉਣਾ ਪਵੇਗਾ। ਪਰ ਆਫਿਸਰਸ ਨੂੰ ਇੰਨੀ ਸਮਝ ਰੱਖਣੀ ਚਾਹੀਦੀ ਹੈ ਕਿ ਉਹ ਆਪਣੇ ਦਲ ਦਾ ਨਿਰਮਾਣ ਸਿਰਫ ਇੱਕ ਅਨੁਸ਼ਾਸਨ ਨਾਮ ਦੀ ਨੀਂਹ ਦੀ ਬੁਨਿਆਦ ਤੇ ਹੀ ਕਰ ਸਕਦੇ। ਉਸ ਨੂੰ ਆਪਣੇ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਦਾ ਜਿਹੜਾ ਹੈਗਾ ਉਹਨਾਂ ਨੂੰ ਫੇਰ ਅਨੁਸ਼ਾਸਨ ਬਾਰੇ ਦੱਸਣਾ ਚਾਹੀਦਾ। ਪਹਿਲੇ ਉਸ ਨੂੰ ਆਪਣੇ ਆਪ ਦੀ ਜ਼ਿੰਦਗੀ ਵਿੱਚ ਅਨੁਸ਼ਾਸਨ ਨੂੰ ਲਾਗੂ ਕਰਨਾ ਚਾਹੀਦਾ। ਉਸ ਨੂੰ ਸਭ ਤੋਂ ਪਹਿਲੇ ਆਪਣੀ ਡੇਲੀ ਲਾਈਫ ਦੀ ਰੂਟੀਨ ਦੇ ਵਿੱਚ ਹਰ ਇੱਕ ਆਵਰ ਦੇ ਵਿੱਚ, ਹਰ ਇੱਕ ਮਿੰਟ ਦੇ ਵਿੱਚ ਉਸ ਨੂੰ ਡਿਸਿਪਲਿਨ ਦੇ ਵਿੱਚ ਰਹਿਣਾ ਆਉਣਾ ਚਾਹੀਦਾ। ਫਿਰ ਹੀ ਉਹ ਆਪਣੇ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਨੂੰ ਅਨੁਸ਼ਾਸਨ ਬਾਰੇ ਸਿਖਾ ਪਾਵੇ। ਇਸ ਦੇ ਨਾਲ ਉਸ ਦੇ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਤੇ ਵੀ ਉਸ ਦਾ ਜ਼ਿਆਦਾ ਪ੍ਰਭਾਵ ਪੈਂਦਾ ਹੈ। ਉਹ ਸਮਝਦੇ ਨੇ ਕਿ ਜਿਹੜਾ ਸਾਡਾ ਬੌਸ ਹੈ, ਸਾਡਾ ਆਫਿਸਰ ਹੈ, ਉਹ ਵੀ ਡਿਸਿਪਲਿਨ ਵਿੱਚ ਰਹਿ ਰਿਹਾ ਹੈ, ਤਾਂ ਹੀ ਸਾਨੂੰ ਕਹਿ ਰਿਹਾ, ਇਸ ਲਈ ਅਸੀਂ ਵੀ ਡਿਸਿਪਲਿਨ ਵਿੱਚ ਰਵਾਂਗੇ। ਇਸ ਦੇ ਨਾਲ ਉਸ ਦਾ ਜ਼ਿਆਦਾ ਪ੍ਰਭਾਵ ਪੈਂਦਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੀ ਡਿਸਿਪਲਿਨ ਹੈ ਉਹ ਸਾਡੀ ਲਿਬਰਟੀ ਦੇ ਵਿੱਚ ਬਹੁਤ ਸਾਰੀ ਬੰਦਿਸ਼ਾਂ ਪਾਉਂਦਾ, ਪਰ ਉਹ ਜਿਹੜੀ ਸਾਡੀ ਵਿਅਕਤੀਗਤ ਲਿਬਰਟੀ ਹੈ, ਸਾਡਾ ਜਿਹੜੀ ਵਿਅਕਤੀਗਤ ਫਰੀडम ਹੈ, ਉਸ ਵਿੱਚ ਡਿਸਿਪਲਿਨ ਕੋਈ ਵੀ ਅਸਰ ਨਹੀਂ ਪਾਉਂਦਾ। ਵਾਸਤਵ ਵਿੱਚ ਜਿਹੜਾ ਡਿਸਿਪਲਿਨ ਹੈ ਉਹ ਲਿਬਰਟੀ ਦੀ ਨੀਂਹ ਹੈ। ਇੱਕ ਮਨੁੱਖ ਨੂੰ ਸਮਾਜ ਵਿੱਚ ਰਹਿਣ ਦੀ ਜਾਚ ਸਿਖਾਉਂਦਾ ਹੈ। ਕਿਸੇ ਨੂੰ ਸ਼ਰਮਿੰਦਾ ਨਹੀਂ ਕਰਦਾ, ਕਿਸੇ ਇਸਤਰੀ ਜਾਂ ਕਿਸੇ ਪੁਰਸ਼ ਵਾਸਤੇ ਅਪਮਾਨਜਨਕ ਨਹੀਂ ਹੈ, ਸਗੋਂ ਉਸਨੂੰ ਮਹਾਨ ਬਣਾਉਣ ਵਿੱਚ ਆਪਣਾ ਯੋਗਦਾਨ ਦਿੰਦਾ ਹੈ। ਅਨੁਸ਼ਾਸਨ ਦੇ ਬਗੈਰ ਕੋਈ ਵੀ ਕੰਟਰੀ, ਕੋਈ ਵੀ ਨੇਸ਼ਨ ਕਿਸੇ ਵੀ ਆਰਥਿਕ ਸੰਕਟ ਤੋਂ ਜਾਂ ਕਿਸੇ ਵੀ ਹੋਰ ਸੰਕਟ ਤੋਂ ਬਾਹਰ ਨਹੀਂ ਨਿਕਲ ਸਕਦਾ। ਅਸੀਂ ਸੁਣਦੇ ਹਾਂ ਨਾ ਵਰਡ ਡੈਮੋਕ੍ਰੇਸੀ, ਸਾਡੇ ਇੰਡੀਆ ਵਿੱਚ ਬਹੁਤ ਜ਼ਿਆਦਾ ਸੁਣਨ ਨੂੰ ਮਿਲਦਾ ਹੈ। ਡੈਟ ਇੰਡੀਆ ਇਜ਼ ਅ ਡੈਮੋਕ੍ਰੈਟਿਕ ਕੰਟਰੀ, ਲੋਕਤੰਤਰ। ਪੰਜਾਬੀ ਵਿੱਚ ਡੈਮੋਕ੍ਰੇਸੀ ਨੂੰ ਲੋਕਤੰਤਰ ਕਿਹਾ ਜਾਂਦਾ। ਉਹ ਜਿਹੜਾ ਲੋਕਤੰਤਰ ਹੈ ਉਸ ਦਾ ਅਰਥ ਕੀ ਹੈ? ਉਸ ਦਾ ਅਰਥ ਹੈ ਜਿਹੜੀ ਜ਼ਿੰਮੇਵਾਰੀ ਉਹਨੂੰ ਡੀਸੈਂਟਰਲਾਈਜ਼ ਕਰਨਾ, ਜਿਸ ਦੇ ਨਾਲ ਕੋਈ ਵੀ ਕੰਮ ਨਜ਼ਰਅੰਦਾਜ਼ ਨਹੀਂ ਹੋ ਸਕਦਾ। ਜੇਕਰ ਹਰ ਇੱਕ ਆਦਮੀ ਆਪਣਾ ਕੰਮ ਕਰੇ, ਆਪਣੀ ਜ਼ਿੰਮੇਵਾਰੀ ਨੂੰ ਸਮਝ ਕੇ ਆਪਣਾ ਕੰਮ ਕਰੇ, ਅਸੀਂ ਕਿਸੇ ਵੀ ਸੰਕਟ ਤੋਂ ਆਪਾਂ ਕਾਬੂ ਕਰ ਸਕਦੇ ਹਾਂ। ਸਾਡੀ ਕੰਟਰੀ ਪ੍ਰੋਗਰੈਸ ਕਰ ਸਕਦੀ ਹੈ, ਅਸੀਂ ਵਰਲਡ ਪਾਵਰ ਬਣ ਸਕਦੇ ਹਾਂ ਇੱਕ ਡਿਸਿਪਲਿਨ ਦੇ ਨਾਲ। ਪਰ ਇਸ ਲਈ ਸਾਨੂੰ ਡਿਸਿਪਲਿਨ ਦੀ ਨਹੀਂ, ਸੈਲਫ ਡਿਸਿਪਲਿਨ ਦੀ ਜ਼ਰੂਰਤ ਹੋਵੇ।
कि ਅਸੀਂ ਆਪਣੇ ਆਪ ਨੂੰ ਡਿਸਪਲਿਨ ਦੇ ਵਿੱਚ ਕਾਬੂ ਕਰੋ। ਅਸੀਂ ਆਪਣੀ ਜ਼ਿੰਮੇਵਾਰੀ ਤੋਂ ਜ਼ਿਆਦਾ ਆਪਣੀ ਆਜ਼ਾਦੀ ਬਾਰੇ ਸੋਚਦੇ ਹਾਂ। ਪਰ ਸਾਨੂੰ ਇੱਕ ਚੀਜ਼ ਹਮੇਸ਼ਾ ਦਿਮਾਗ ਵਿੱਚ ਰੱਖਣੀ ਪਵੇਗੀ ਕਿ ਅਸੀਂ ਕਿਸੇ ਵੀ ਚੀਜ਼ ਦਾ ਮੁੱਲ ਚੁਕਾਏ ਬਗੈਰ ਉਸ ਨੂੰ ਲੈ ਨਹੀਂ ਸਕਦੇ। ਸਾਨੂੰ ਇੱਕ ਡਿਸਪਲਿਨ ਦਾ ਮੁੱਲ ਚੁਕਾ ਕੇ ਤੇ ਆਪਣੀ ਲਿਬਰਟੀ ਨੂੰ ਲੈਣਾ ਪਵੇਗਾ। ਸਾਨੂੰ ਅਨੁਸ਼ਾਸਨ ਦਾ ਮੁੱਲ ਚੁਕਾ ਕੇ ਤੇ ਆਪਣੀ ਆਜ਼ਾਦੀ ਨੂੰ ਲੈਣਾ ਪਵੇਗਾ। ਤੇ ਆਜ਼ਾਦੀ ਦੇ ਬਿਨਾਂ ਅਸੀਂ ਡਿਸਪਲਿਨ ਨੂੰ ਹਾਸਿਲ ਕਰ ਸਕਦੇ ਹਾਂ, ਪਰ ਡਿਸਪਲਿਨ ਦੇ ਬਿਨਾਂ ਅਸੀਂ ਲਿਬਰਟੀ ਨੂੰ ਹਾਸਿਲ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਤੁਹਾਡਾ ਚੈਪਟਰ ਨੰਬਰ 3 ਖਤਮ ਹੁੰਦਾ। ਅਗਲੀ ਵੀਡੀਓ ਦੇ ਵਿੱਚ ਅਸੀਂ ਲੈ ਕੇ ਆਵਾਂਗੇ ਚੈਪਟਰ ਨੰਬਰ 3 ਦੇ ਸ਼ਾਰਟ ਆਨਸਰ ਟਾਈਪ ਕੁਐਸਚਨਸ। ਆਸ਼ਾ ਕਰਦਾ ਹਾਂ ਕਿ ਤੁਹਾਨੂੰ ਚੈਪਟਰ ਅੱਛੀ ਤਰ੍ਹਾਂ ਨਾਲ ਕਲੀਅਰ ਹੋ ਗਿਆ ਹੋਵੇਗਾ। ਲਾਈਕ ਕਰਨਾ ਨਾ ਭੁੱਲਿਓ, ਸਬਸਕ੍ਰਾਈਬ ਕਰਿਓ, ਸ਼ੇਅਰ ਕਰਿਓ।